ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਸਮੇਂ ਦੇ ਲਈ। ਪਰਮੇਸ਼ਰ ਨੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅੱਜ ਦਾ ਦਿਨ ਦਿਖਾਇਆ। ਹਾਲੇਲੂਇਆ। ਤੇ ਆਓ ਅਸੀਂ ਪ੍ਰਾਰਥਨਾ ਕਰਾਂਗੇ ਕਿ ਅੱਜ ਦਾ ਵਚਨ ਦੇ ਵਿੱਚ ਅਸੀਂ ਕੁਝ ਗੱਲਾਂ ਨੂੰ ਦੇਖਾਂਗੇ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ। ਆਓ ਅਸੀਂ ਛੋਟੀ ਜਿਹੀ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਖੁਦਾਵੰਦ ਖੁਦਾ, ਅੱਜ ਜੋ ਤੁਹਾਡੀ ਵਚਨਾਂ ਦੇ ਵਿੱਚ ਦੇਖੀਏ ਪਿਤਾ ਪਰਮੇਸ਼ਰ, ਉਹ ਸਾਡੀ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਨੂੰ ਲੈ ਕੇ ਆਵੇ। ਸੁਣਨ ਵਾਲਿਆਂ ਉੱਤੇ ਪਿਤਾ ਪਰਮੇਸ਼ਰ ਵੱਡੀ ਪਿਤਾ ਪਰਮੇਸ਼ਰ ਸਾਮਰਥ ਖੁਦਾਵੰਦ ਖੁਦਾ ਠਹਿਰੇ। ਅਤੇ ਅੱਜ ਇਸ ਵਚਨ ਨੂੰ ਸਿੱਖ ਕੇ ਪਿਤਾ ਪਰਮੇਸ਼ਰ ਇਹ ਆਸ਼ੀਸ਼ ਨੂੰ ਪਾਉਣ ਅਤੇ ਬਹੁਤ ਸਾਰੀਆਂ ਉਸ ਸ਼ੈਤਾਨ ਦੀਆਂ ਚਾਲਾਂ ਤੋਂ ਇਹ ਬਚ ਸਕਣ। ਖੁਦਾਵੰਦ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਅੱਜ ਅਸੀਂ ਕੁਝ ਗੱਲਾਂ ਨੂੰ ਦੇਖਾਂਗੇ ਕਿ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਕੰਮ ਕਰਦਾ ਆ, ਕਿ ਸਾਨੂੰ ਪਰਮੇਸ਼ਰ ਦੇ ਵਿੱਚ ਵਧਣ ਤੋਂ ਕਿੱਦਾਂ ਰੋਕਦਾ ਆ, ਉਹ ਕਿੱਦਾਂ ਯੋਜਨਾਵਾਂ ਬਣਾਉਂਦਾ ਆ, ਕਿੱਦਾਂ ਚਾਲਾਂ ਬਣਾਉਂਦਾ ਹੈ। ਜਿਸ ਤਰ੍ਹਾਂ ਅਸੀਂ ਬੀਤ ਚੁੱਕੇ ਦਿਨਾਂ ਦੇ ਵਿੱਚ ਜੋ ਗਿਫਟਸ ਹਥਿਆਰ ਦੇਖੇ ਆ ਪਰਮੇਸ਼ਰ ਦੇ, ਉਹਨਾਂ ਹਥਿਆਰਾਂ ਦੇ ਵਿੱਚੋਂ ਹੀ ਇੱਕ ਹਥਿਆਰ ਆ ਜੋ ਅੱਜ ਆਪਾਂ ਫਿਰ ਤੋਂ ਉਸ ਨੂੰ ਦੇਖਾਂਗੇ। ਜਦੋਂ ਅਸੀਂ ਦੂਸਰਾ ਕਰੰਥੀਆ ਉਹਦਾ 2 ਅਧਿਆਏ ਉਹਦੀ 11 ਆਇਤ ਪੜ੍ਹਦੇ ਹਾਂ। ਉੱਥੇ ਲਿਖਿਆ ਹੋਇਆ, ਸ਼ੈਤਾਨ ਕਾ ਹਮ ਪਰ ਦਾਬ ਨਾ ਚਲੇ। ਸੰਤ ਪੌਲਸ ਕਹਿੰਦਾ ਆ ਕਿ ਸ਼ੈਤਾਨ ਜਿਹੜਾ ਆ ਉਹਦਾ ਸਾਡੇ ਉੱਤੇ ਜ਼ੋਰ ਨਾ ਚੱਲੇ, ਕਿ ਉਹ ਸਾਡੇ ਉੱਤੇ ਰਾਜ ਨਾ ਕਰ ਸਕੇ। ਤੇ ਕਿਉਂਕਿ ਹਮ ਉਸकी युक्तियों से अनजान ਨਹੀਂ। ਕੀ ਕਹਿੰਦਾ ਆ ਸੰਤ ਪੌਲਸ? ਕਹਿੰਦਾ ਕਿ ਸਾਡੇ ਉੱਤੇ ਸ਼ੈਤਾਨ ਆਪਣਾ ਜ਼ੋਰ ਨਹੀਂ ਚਲਾ ਸਕਦਾ, ਆਪਣੀ ਤਾਕਤ ਨਹੀਂ ਚਲਾ ਸਕਦਾ। ਕਾਰਨ ਕੀ ਆ? ਕਹਿੰਦਾ ਮੈਂ ਸ਼ੈਤਾਨ ਦੀਆਂ ਚਾਲਾਂ ਨੂੰ ਜਾਣਦਾ। ਸੰਤ ਪੌਲਸ ਕਹਿੰਦਾ। ਤੇ ਸਾਨੂੰ ਵੀ ਸ਼ੈਤਾਨ ਦੀਆਂ ਯੋਜਨਾਵਾਂ ਨੂੰ ਜਾਣਨ ਦੀ ਜ਼ਰੂਰਤ ਹੈ, ਕਿਉਂਕਿ ਸ਼ੈਤਾਨ ਬੜਾ ਅੱਛਾ ਢੰਗ ਹੈ ਉਸਕੋ। ਇੱਕ ਇਹੋ ਜਿਹੀ ਤਕਨੀਕ ਹੈ ਜਿਸ ਦੇ ਦੁਆਰਾ ਉਹ ਕੰਮ ਕਰਦਾ ਆ, ਅਤੇ ਉਸ ਤਕਨੀਕ ਨੂੰ ਅੱਜ ਅਸੀਂ ਸਮਝਾਂਗੇ ਜਦੋਂ ਅਸੀਂ ਦੂਸਰਾ ਕਰੰਥੀਆ ਉਹਦਾ 10ਵਾਂ ਅਧਿਆਏ ਉਹਦੀ 3, 4, 5 ਆਇਤ ਪੜ੍ਹਦੇ ਹਾਂ ਤਾਂ ਉੱਥੇ ਇੱਕ ਬਹੁਤ ਅੱਛੀ ਗੱਲ ਲਿਖੀ ਹੈ, क्योंकि यद्यपि हम शरीर में चलते फिरते हैं तो भी शरीर के अनुसार नहीं लड़ते, क्योंकि हमारी लड़ाई के हथियार शारीरिक नहीं पर गढ़ों को ढा देने के लिए परमेश्वर के द्वारा सामर्थी हैं। हालेलुया। इसलिए हम कल्पनाओं का और हर एक ऊंची बात का ध्यान न समझना, इसलिए हम कल्पनाओं का और हर एक ऊंची बात का जो परमेश्वर की पहचान के विरोध में उठती है। परमेश्वर की पहचान के विरुद्ध ਜਿਹੜੀਆਂ ਗੱਲਾਂ ਸਾਨੂੰ ਪਰਮੇਸ਼ਰ ਦੀ ਪਹਿਚਾਨ ਤੋਂ ਰੋਕਦੀਆਂ ਆ ਕਿ ਅਸੀਂ ਪਰਮੇਸ਼ਰ ਵੱਲ ਹੋਰ ਨਾ ਵੱਧ ਸਕੀਏ, ਉਹ ਕਿਹੜੀਆਂ ਗੱਲਾਂ ਆ ਉਹ ਦੇਖਾਂਗੇ ਅੱਜ। विरोध में उठती है, खंडन करते हैं और हर एक भावना को कैद करके मसीह का आज्ञाकारी बना देते हैं। हर एक भावना ਜਿਹੜੀ ਪਰਮੇਸ਼ਰ ਦੇ ਪ੍ਰਤੀ ਸਾਨੂੰ ਦੂਜਿਆਂ ਦੇ ਪ੍ਰਤੀ ਹੁੰਦੀ ਆ, ਭਾਵਨਾਵਾਂ ਬਹੁਤ ਸਾਰੀਆਂ ਹੁੰਦੀਆਂ ਆ। ਜਦੋਂ ਅਸੀਂ 5 ਆਇਤ ਪੜ੍ਹਦੇ ਹਾਂ, ਕਲਪਨਾ ਦੇਖੇ ਸ਼ਬਦ ਆਇਆ, ਇੰਗਲਿਸ਼ 'ਚ ਆਇਆ ਇਮੈਜੀਨੇਸ਼ਨ। ਕਲਪਨਾ ਕਾ ਔਰ ਹਰ ਇੱਕ ਉੱਚੀ ਬਾਤ ਕਾ, ਕਿਉਂਕਿ ਜਿਹੜਾ ਸਾਡਾ ਦੁਸ਼ਮਣ ਹੈ, ਐਨਮੀ ਆ, ਉਹ ਸਾਡੇ ਅੰਦਰ ਕਲਪਨਾਵਾਂ ਪਾਉਂਦਾ ਆ। ਜਦੋਂ ਅਸੀਂ ਉਤਪਤ ਪੜ੍ਹਦੇ ਹਾਂ ਉਸਦਾ 3ਰਾ ਅਧਿਆਏ ਦੇ ਵਿੱਚ, ਜਿਸ ਤਰ੍ਹਾਂ ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਉਹ ਫਲ ਖਾਣ ਤੋਂ ਮਨ੍ਹਾ ਕੀਤਾ ਸੀਗਾ, ਭਰੇ ਤੇ ਬੋਲੇ ਦੀ ਗਿਆਨ ਦਾ ਤੇ ਜੀਵਨ ਦਾ। ਤੇ ਜਦੋਂ 3ਰਾ ਅਧਿਆਏ ਦੀ 1 ਆਇਤ ਪੜ੍ਹਦੇ ਹਾਂ, 2 ਆਇਤ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ ਵਾ ਕਿ ਸ਼ੈਤਾਨ ਉਹਨਾਂ ਦੇ ਕੋਲ ਆਇਆ। ਸ਼ੈਤਾਨ ਉਹਨਾਂ ਦੇ ਕੋਲ ਆ ਕੇ ਕੀ ਕਹਿਣ ਲੱਗਾ ਕਿ ਇਹ ਸੱਚ ਹੈ, ਪਰਮੇਸ਼ਰ ਨੇ ਤੁਹਾਨੂੰ ਕਿਸੇ ਰੁੱਖ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਆ। ਤੇ ਸਵਾਲ ਕਰਦਾ ਪਿਆ ਜਿਹੜਾ ਸ਼ੈਤਾਨ ਹੈ ਹਵਾ ਨੂੰ। ਹਾਲੇਲੂਇਆ। ਤੇ ਪੁੱਛਦਾ ਪਿਆ ਆ, ਤੇ ਹਵਾ ਨੇ ਉੱਤਰ ਦਿੱਤਾ ਕਿ ਨਹੀਂ, ਪਰਮੇਸ਼ਰ ਨੇ ਸਾਨੂੰ ਸਾਰੇ ਬਾਗ ਦੇ ਫਲ ਖਾਣ ਦੀ ਸਾਨੂੰ ਖੁੱਲ੍ਹੀ ਛੁੱਟੀ ਆ, ਪਰ ਜੋ ਬਾਗ ਦੇ ਵਿਚਕਾਰ ਹੈ ਉਸ ਨੂੰ ਨਾ ਅਸੀਂ ਖਾ ਸਕਦੇ ਨਾ ਅਸੀਂ ਛੂਹ ਸਕਦੇ ਹਾਂ। ਪਰਮੇਸ਼ਰ ਨੇ ਕਿਹਾ ਜਿਸ ਦਿਨ ਤੁਸੀਂ ਖਾਓਗੇ ਤੇ ਛੂਹੋਗੇ ਉਸ ਦਿਨ ਤੁਸੀਂ ਪੂਰੇ ਹੋ ਜਾਣਾ, ਖਤਮ ਹੋ ਜਾਣਾ ਆ। ਤੇ ਸ਼ੈਤਾਨ ਨੇ ਉਹਦੇ ਵਿਰੁੱਧ, ਪਰਮੇਸ਼ਰ ਦੇ ਵਚਨ ਦੇ ਵਿਰੁੱਧ ਹਵਾ ਦੇ ਅੰਦਰ ਇੱਕ ਕਲਪਨਾ ਨੂੰ ਪੈਦਾ ਕੀਤਾ ਆ।
ਕਿਹੜੀ ਕਲਪਨਾ ਨੂੰ ਪੈਦਾ ਕੀਤਾ? ਉਹ ਕਹਿੰਦਾ ਨਹੀਂ, ਇਹ ਬਿਲਕੁਲ ਗਲਤ ਹੈ ਕਿ ਪਰਮੇਸ਼ਰ ਜਾਣਦਾ ਆ ਕਿ ਜਿੱਦਾਂ ਤੁਸੀਂ ਇਹ ਫਲ ਖਾ ਲਓਗੇ ਤੁਸੀਂ ਪਰਮੇਸ਼ਰ ਵਰਗੇ ਬਣ ਜਾਣਾ ਆ, ਤੇ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਆ, ਤੁਸੀਂ ਮਰੋਗੇ ਨਹੀਂ ਬਲਕਿ ਜੀਓਗੇ, ਤੇ ਭਰੇ ਤੇ ਬੋਲੇ ਦਾ ਗਿਆਨ ਤੁਸੀਂ ਰੱਖੋਗੇ। ਬਲਕਿ ਪਰਮੇਸ਼ਰ ਨੇ ਉਹਨਾਂ ਨੂੰ ਖਾਣ ਤੋਂ ਮਨਾ ਕੀਤਾ ਸੀਗਾ, ਤੇ ਸ਼ੈਤਾਨ ਨੇ ਉਹਨਾਂ ਦੇ ਪ੍ਰਤੀ ਜੋ ਔਰਤ ਦੇ ਹਵਾ ਦੇ ਮਨ ਦੇ ਵਿੱਚ ਕੀ ਕਲਪਨਾ ਪਾਤੀ ਕਿ ਉਹ ਫਲ ਨੂੰ ਦੇਖਣ ਲੱਗ ਪਈ। ਜਦੋਂ ਅਸੀਂ ਤੀਸਰਾ ਅਧਿਆਇ ਪੜ੍ਹਦੇ ਹਾਂ ਉੱਥੇ ਗੱਲਾਂ ਲਿਖੀਆਂ, ਤੁਸੀਂ ਪੜ੍ਹ ਸਕਦੇ ਹਾਂ। ਜਦੋਂ ਔਰਤ ਨੇ ਕੀ ਦੇਖਿਆ, ਉਹ ਫਲ ਕੀ ਆ, ਖਾਣ ਦੇ ਵਿੱਚ ਕੀ ਆ, ਦੇਖਣ ਦੇ ਵਿੱਚ ਸੁੰਦਰ ਹੈ, ਖਾਣ ਦੇ ਲਈ ਅੱਛਾ, ਉਹਨੇ ਸੋਚ ਕੇ ਕਿਹਾ ਕਿ ਖਾਣ ਦੇ ਲਈ ਅੱਛਾ ਹੋ ਸਕਦਾ ਆ, ਕਿ ਇਹ ਸਾਨੂੰ ਬੁੱਧੀਮਾਨ ਬਣਾ ਸਕਦਾ ਆ। ਉਹ ਕਲਪਨਾਵਾਂ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਵਿਰੁੱਧ ਚੱਲਦੀਆਂ ਆ, ਉਹ ਖਿਆਲ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਆਉਂਦੇ ਆ। ਸਾਡੇ ਦਿਮਾਗ ਦੇ ਵਿੱਚ ਕਈ ਵਾਰ ਇਹੋ ਜਿਹੀਆਂ ਕਲਪਨਾ ਚੱਲਦੀਆਂ। ਇਹ ਜਿਹੜੀਆਂ ਕਲਪਨਾ ਆ, ਇਹ ਅੱਜ ਹਰੇਕ ਮਸੀਹੀ ਨੂੰ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਸਾਡਾ ਮਨ ਹੈ, ਸਾਡਾ ਦਿਮਾਗ ਹੈ, ਇਹਦੇ ਵਿੱਚ ਬਹੁਤ ਸਾਰੀਆਂ ਕਲਪਨਾਵਾਂ ਉੱਠਦੀਆਂ, ਬਹੁਤ ਸਾਰੇ ਵਿਚਾਰ ਉੱਠਦੇ ਆ, ਬਹੁਤ ਸਾਰੀਆਂ ਗੱਲਾਂ ਉੱਠਦੀਆਂ ਆ। ਸੰਤ ਪੌਲਸ ਕਹਿੰਦਾ ਹਰ ਉਹ ਇੱਕ ਗੱਲ ਜਿਹੜੀ ਪਰਮੇਸ਼ਰ ਦੇ ਸਾਨੂੰ ਪਰਮੇਸ਼ਰ 'ਚ ਵਧਣ ਤੋਂ ਰੋਕਦੀ ਆ, ਉਹਨੂੰ ਕੀ ਕਰਦੇ ਆ, ਅਸੀਂ ਮਸੀਹ ਦਾ ਆਗਿਆਕਾਰ ਬਣਾ ਦਿੰਦੇ ਆ। ਕਲਪਨਾਵਾਂ ਔਰ ਹਰ ਇੱਕ ਉੱਚੀ ਬਾਤ, ਇਹ ਜਿਹੜੀਆਂ ਕਲਪਨਾਵਾਂ ਤੇ ਹਰ ਇੱਕ ਉੱਚੀ ਬਾਤ, ਉੱਚੀ ਬਾਤ ਮਤਲਬ ਉਹ ਗੱਲਾਂ ਜਿਹੜੀਆਂ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੀਆਂ ਆ। ਕਈ ਵਾਰ ਕੀ ਹੁੰਦਾ ਆ ਕਿ ਜਿਸ ਤਰ੍ਹਾਂ ਸੱਪ ਨੇ ਕੀ ਕੀਤਾ, ਸ਼ੈਤਾਨ ਨੇ ਕੀ ਕੀਤਾ, ਔਰਤ ਨੂੰ ਬਹਿਕਾ ਕੇ ਉਸਦੇ ਮਨ ਦੇ ਵਿੱਚ ਕਲਪਨਾ ਨੂੰ ਪਾਇਆ ਕਿ ਨਾ, ਉਸਦੇ ਦਿਮਾਗ ਨੂੰ ਸੈੱਟ ਕਰ ਦਿੱਤਾ ਕਿ ਨਹੀਂ, ਜਦੋਂ ਤੁਸੀਂ ਖਾਓਗੇ ਨਹੀਂ ਮਰੋਗੇ, ਤੇ ਉਹਦੇ ਅੰਦਰ ਇਹ ਚਾਹਤ ਪੈਦਾ ਕਰ ਦਿੱਤੀ ਕਿ ਤੁਸੀਂ ਮਰੋਗੇ ਨਹੀਂ ਬਲਕਿ ਪਰਮੇਸ਼ਰ ਵਰਗੇ ਹੋ ਜਾਓਗੇ। ਬਲਕਿ ਉਹ ਆਲਰੇਡੀ ਪਰਮੇਸ਼ਰ ਵਰਗੇ ਹੀ ਸੀਗੇ, ਪਰਮੇਸ਼ਰ ਨੇ ਉਹਨਾਂ ਨੂੰ ਆਪਣੀ ਸੂਰਤ ਤੇ ਸਮਾਨਤਾ ਤੇ ਬਣਾਇਆ ਸੀਗਾ। ਤੇ ਕਈ ਵਾਰ ਅੱਜ ਕੱਲ੍ਹ ਸ਼ੈਤਾਨ ਜਿਹੜਾ ਕੰਮ ਕਰਦਾ ਆ, ਉਹ ਇਨਸਾਨ ਦੇ ਦਿਮਾਗ ਦੇ ਵਿੱਚ ਆਪਣੀਆਂ ਕਲਪਨਾਵਾਂ ਪਾ ਦਿੰਦਾ ਆ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਹੈ, ਯਿਸੂ ਮਸੀਹ ਜਦੋਂ 40 ਵਰਤ ਰੱਖ ਕੇ ਯਿਸੂ ਮਸੀਹ ਦੇ 40 ਵਰਤ ਪੂਰੇ ਹੋਏ, ਤੇ ਸ਼ੈਤਾਨ ਨੇ ਉਹਨਾਂ ਨੂੰ ਕਿਹਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਕੀ ਕਹਿੰਦਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਸ ਰੋਟੀ ਨੂੰ ਕਹਿ, ਇਸ ਪੱਥਰਾਂ ਨੂੰ ਕਹਿ ਰੋਟੀ ਬਣ ਜਾਣ। ਹਾਲੇਲੂਇਆ। ਤੇ ਯਿਸੂ ਮਸੀਹ ਨੂੰ ਭੁੱਖ ਲੱਗੀ ਹੋਈ ਸੀ, ਯਿਸੂ ਮਸੀਹ ਦੀ ਜ਼ਰੂਰਤ ਸੀਗੀ ਰੋਟੀ, ਤੇ ਸ਼ੈਤਾਨ ਆ ਕੇ ਕੀ ਕਹਿੰਦਾ, ਇਹਨਾਂ ਪੱਥਰਾਂ ਨੂੰ ਕਹਿ ਕੀ ਬਣ ਜਾਣ, ਰੋਟੀ ਬਣ ਜਾਣ। ਯਿਸੂ ਮਸੀਹ ਦੇ ਦਿਮਾਗ ਦੇ ਵਿੱਚ ਕੀ ਆਉਂਦਾ ਸਵਾਲ ਕਿ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਣ। ਇਹ ਕਲਪਨਾਵਾਂ ਸ਼ੈਤਾਨ ਅੱਜ ਬਹੁਤ ਸਾਰੇ ਮਸੀਹਾਂ ਦੇ ਵਿੱਚ ਪਾਉਂਦਾ। ਜਦੋਂ ਯਿਸੂ ਮਸੀਹ ਦੇ ਮਨ ਦੇ ਵਿੱਚ ਕਲਪਨਾ ਪਾਈ ਗਈ ਤਾਂ ਕੀ ਹੋਇਆ, ਯਿਸੂ ਮਸੀਹ ਨੇ ਉਸ ਕਲਪਨਾ ਨੂੰ ਚੈੱਕ ਕੀਤਾ ਹੋਏਗਾ। ਸਭ ਨਾਲੋਂ ਪਹਿਲਾਂ ਉਸ ਆਵਾਜ਼ ਨੂੰ ਚੈੱਕ ਕੀਤਾ ਹੋਏਗਾ, ਇਹ ਆਵਾਜ਼ ਆਈ ਕਿਹਦੀ ਆ। ਯਿਸੂ ਮਸੀਹ ਨੂੰ ਆਵਾਜ਼ ਆਈ, ਇਹਨੂੰ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਯਿਸੂ ਮਸੀਹ ਨੇ ਉਸ ਆਵਾਜ਼ ਨੂੰ ਚੈੱਕ ਕੀਤਾ, ਇਹ ਆਵਾਜ਼ ਹੈ ਕਿਹਦੇ ਵੱਲੋਂ ਆ। ਹਾਲੇਲੂਇਆ। ਅੱਜ ਬਹੁਤ ਤਰ੍ਹਾਂ ਦੀਆਂ ਸਾਡੇ ਵੱਲੋਂ, ਸਾਡੇ ਦਿਮਾਗ ਦੇ ਵਿੱਚ, ਸਾਡੇ ਕੰਨਾਂ ਦੇ ਵਿੱਚ, ਸਾਡੇ ਮਨ ਦੇ ਵਿੱਚ ਆਵਾਜ਼ਾਂ ਆਉਂਦੀਆਂ। ਅਸੀਂ ਵੀ ਚੈੱਕ ਕਰਨਾ ਇਹ ਜਿਹੜੀ ਕਲਪਨਾ ਆਈ ਆ, ਇਹ ਜਿਹੜੀ ਆਵਾਜ਼ ਆਈ ਆ, ਇਹ ਕਿਹਦੇ ਵੱਲੋਂ ਆਈ ਆ। ਤੇ ਜਿਹੜੀ ਰੋਟੀ ਸੀਗੀ ਉਹ ਯਿਸੂ ਮਸੀਹ ਦੀ ਜ਼ਰੂਰਤ ਸੀਗੀ, ਤੇ ਸ਼ੈਤਾਨ ਉਸ ਜ਼ਰੂਰਤ ਨੂੰ ਲੈ ਕੇ ਕੀ ਕਰ ਰਿਹਾ ਆ, ਯਿਸੂ ਮਸੀਹ ਨਾਲ ਗੱਲਬਾਤ ਕਰ ਰਿਹਾ। ਤੇ ਯਿਸੂ ਮਸੀਹ ਅੱਗੇ ਕੀ ਕਹਿੰਦਾ ਆ, ਯਿਸੂ ਮਸੀਹ ਕਹਿਣ ਤੋਂ ਪਹਿਲਾਂ ਉਸਨੇ ਸੋਚਿਆ ਹੋਵੇਗਾ, ਮੇਰੇ ਹਿਸਾਬ ਦੇ ਨਾਲ ਸੋਚਿਆ ਹੋਵੇਗਾ ਕਿ ਇਹ ਆਵਾਜ਼ ਜਿਹੜੀ ਆ ਇਹ ਕਿੱਥੋਂ ਆਈ ਆ। ਉਹਨੇ ਚੈੱਕ ਕੀਤਾ ਹੋਵੇਗਾ, ਪ੍ਰਾਰਥਨਾ ਕੀਤੀ ਹੋਵੇਗੀ, ਜਾਂ ਸੋਚਿਆ ਹੋਵੇਗਾ, ਪਰਮੇਸ਼ਰ ਨਾਲ ਗੱਲਬਾਤ ਕੀਤੀ ਹੋਈ, ਪ੍ਰਭੂ ਜੀ ਇਹ ਤੁਹਾਡੇ ਵੱਲੋਂ ਆ, ਤੇ ਪਰਮੇਸ਼ਰ ਨੇ ਮਨਾ ਕਰ ਦਿੱਤਾ ਹੋਵੇਗਾ। ਤੇ ਸ਼ੈਤਾਨ ਨੇ ਉਹਦੇ ਮਨ ਦੇ ਵਿੱਚ ਸਵਾਲ ਪਾਇਆ ਸੀਗਾ ਕਿ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਵੇ। ਤੇ ਯਿਸੂ ਮਸੀਹ ਉਹ ਜਿਹੜੇ ਉਹਦੇ ਮਨ ਦੇ ਵਿੱਚ ਆਵਾਜ਼ ਆਉਂਦੀ ਆ, ਉਸ ਆਵਾਜ਼ ਨੂੰ ਕੀ ਕਹਿੰਦਾ ਆ ਕਿ ਲਿਖਿਆ ਆ, ਮਨੁੱਖ ਕੇਵਲ ਰੋਟੀ ਦੇ ਨਾਲ ਨਹੀਂ ਬਲਕਿ ਉਸ ਵਚਨ ਦੇ ਨਾਲ ਜੀਵੇਗਾ ਜੋ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਆ। ਹਾਲੇਲੂਇਆ। ਬਹੁਤ ਵਾਰੀ ਸਾਡੇ ਵੀ ਦਿਮਾਗ ਦੇ ਵਿੱਚ ਕਲਪਨਾ ਆਉਂਦੀਆਂ ਆ। ਜਿਸ ਤਰ੍ਹਾਂ ਅਸੀਂ ਬੀਤ ਚੁੱਕੇ ਜਿਹੜੇ ਪਹਿਲਾ ਟੌਪਿਕਸ ਦੇਖਿਆ, ਉਹਦੇ ਵਿੱਚ ਇੱਕ ਹਥਿਆਰ ਦੇਖਿਆ ਸੀਗਾ, ਟੋਪ ਉਦਾਰ ਦਾ ਟੋਪ ਜਿਹੜਾ ਆ ਉਹ ਸਾਡੀ ਇਸ ਚੀਜ਼ ਨੂੰ ਸੁਰੱਖਿਅਤ ਰੱਖਦਾ, ਸਿਰ ਨੂੰ ਸੁਰੱਖਿਅਤ ਰੱਖਦਾ ਆ। ਜਿਹੜਾ ਉਦਾਰ ਦਾ ਟੋਪ ਹੈ ਇਹ
ਅਗਰ ਅਸੀਂ ਉਧਾਰ ਦਾ ਟੋਪ ਪਾਇਆ ਵਾ, ਇਹ ਜਿਹੜੀਆਂ ਕਲਪਨਾਵਾਂ ਆ, ਇਹ ਕਲਪਨਾਵਾਂ ਨੂੰ ਰੋਕ ਦਿੰਦਾ ਆ। ਹਾਲੇਲੂਇਆ। ਰੋਕਣ ਦਾ ਮਤਲਬ ਇਹ ਹੈ ਕਿ ਮਤਲਬ ਇਹ ਨਹੀਂ ਕਿ ਤੁਹਾਨੂੰ ਆਵਾਜ਼ ਨਹੀਂ ਆਏਗੀ, ਆਵਾਜ਼ ਆਏਗੀ। ਆਵਾਜ਼ ਤੁਹਾਨੂੰ ਜ਼ਰੂਰਤ ਦੇ ਅਨੁਸਾਰ ਆ ਸਕਦੀ ਆ, ਲੋਕਾਂ ਦੇ ਦੁਆਰਾ ਆ ਸਕਦੀ ਆ। ਅੱਜ ਕੱਲ੍ਹ ਕੀ ਹੁੰਦਾ, ਤੁਹਾਡੀ ਬਹੁਤ ਵਾਰੀ ਕਿੱਦਾਂ ਹੁੰਦਾ ਕਿ ਲੋਕ ਮਸੀਹ ਦੇ ਵਿੱਚ ਆ ਜਾਂਦੇ ਆ, ਥੋੜ੍ਹੇ ਸਮੇਂ ਤੋਂ ਬਾਅਦ ਉਹ ਬੈਕ ਸਾਈਡ ਹੋ ਜਾਂਦੇ ਆ ਕਿ ਲੋਕ ਉਹਨਾਂ ਨੂੰ ਭਰਮਾ ਦਿੰਦੇ ਆ ਕਿ ਤੁਸੀਂ ਧਰਮ ਬਦਲ ਲਿਆ। ਬਲਕਿ ਪਰਮੇਸ਼ਰ ਨੇ ਕਿਸੇ ਧਰਮ ਨੂੰ ਤਾਂ ਨਹੀਂ ਬਣਾਇਆ, ਬਲਕਿ ਉਸਨੇ ਇਨਸਾਨ ਨੂੰ ਬਣਾਇਆ। ਬਲਕਿ ਇਨਸਾਨ ਇੱਕ ਦੂਸਰੇ ਦੀਆਂ ਗੱਲਾਂ ਦੇ ਵਿੱਚ ਆ ਕੇ ਵਹਿਮ ਦੇ ਵਿੱਚ ਪੈ ਜਾਂਦਾ ਆ, ਉਹ ਗੱਲਾਂ ਦੇ ਵਿੱਚ ਆ ਜਾਂਦਾ ਆ, ਪਰਮੇਸ਼ਰ ਤੋਂ ਹੌਲੀ ਹੌਲੀ ਦੂਰ ਹੋ ਜਾਂਦਾ ਆ। ਅਗਰ ਉਹ ਜਿਹੜੀਆਂ ਇੱਕ ਇਨਸਾਨ ਸਮਝ ਲਵੇ, ਜਦੋਂ ਅਸੀਂ ਮਸੀਹ ਦੇ ਵਿੱਚ ਆ ਜਾਂਦੇ ਆ, ਤੇ ਸ਼ੈਤਾਨ ਲੋਕਾਂ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਦਾ ਆ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪਾ ਦਿੰਦਾ ਆ, ਲੋਕਾਂ ਦੇ ਮਨਾਂ ਦੇ ਵਿੱਚ ਗੱਲ ਪਾ ਦਿੰਦਾ, ਤੇ ਲੋਕ ਉਹਨਾਂ ਗੱਲਾਂ ਨੂੰ ਸਾਡੇ ਨਾਲ ਆ ਕੇ ਕਰਦੇ ਆ। ਜਿਸ ਤਰ੍ਹਾਂ ਯੀਸ਼ੂ ਮਸੀਹ ਦੇ ਨਾਲ ਕੀਤੀ ਗਈ ਸ਼ੈਤਾਨ ਨੇ, ਤੇ ਜਿਸ ਤਰ੍ਹਾਂ ਹਵਾ ਦੇ ਨਾਲ ਕੀਤੀ, ਹਵਾ ਨੂੰ ਭਰਮਾ ਲਿਆ, ਤੇ ਯਿਸੂ ਮਸੀਹ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਯਿਸੂ ਮਸੀਹ ਉਸ ਪ੍ਰੀਖਿਆ ਦੇ ਵਿੱਚੋਂ ਨਿਕਲ ਆਏ। ਤੇ ਕਈ ਵਾਰ ਕੀ ਹੁੰਦਾ, ਜਿਸ ਤਰ੍ਹਾਂ ਯਿਸੂ ਮਸੀਹ ਨੂੰ ਸਭ ਤੋਂ ਪਹਿਲਾਂ ਸ਼ੱਕ ਦੇ ਵਿੱਚ ਪਾਇਆ, ਕੀ ਕਿਹਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਜੇ। ਤੇ ਯਿਸੂ ਮਸੀਹ ਨੂੰ ਪਤਾ ਸੀਗਾ ਕਿ ਮੈਂ ਪਰਮੇਸ਼ਰ ਦਾ ਪੁੱਤਰ ਹੈ। ਤੇ ਯਿਸੂ ਮਸੀਹ ਨੂੰ ਕੁਛ ਟਾਈਮ ਪਹਿਲਾਂ ਵਰਤ ਰੱਖਣ ਤੋਂ ਪਹਿਲਾਂ ਆਵਾਜ਼ ਆਈ ਸੀ ਕਿ ਜਦੋਂ ਬਪਤਿਸਮਾ ਲੈ ਕੇ ਬਾਹਰ ਆਇਆ ਸੀਗਾ ਕਿ ਤੂੰ ਮੇਰਾ, ਆਕਾਸ਼ ਤੋਂ ਬਾਣੀ ਹੋਈ ਸੀ, ਤੂੰ ਮੇਰਾ ਪਿਆਰਾ ਪੁੱਤਰ ਹੈ। ਤੇ ਸ਼ੈਤਾਨ ਸ਼ੱਕ ਦੇ ਵਿੱਚ ਪਾਉਂਦਾ ਆ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਵੇ। ਤੇ ਯਿਸੂ ਮਸੀਹ ਨੇ ਉਸ ਆਵਾਜ਼ ਨੂੰ, ਉਸ ਜਿਹੜੀ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਆਈ ਸੀ, ਉਸ ਗੱਲ ਨੂੰ ਕੀ ਕੀਤਾ, ਪਹਿਲਾਂ ਚੈੱਕ ਕੀਤਾ ਕਿ ਇਹ ਪਰਮੇਸ਼ਰ ਵੱਲੋਂ ਆ ਕਿ ਕਿਹਦੇ ਵੱਲੋਂ ਆ। ਤੇ ਫਿਰ ਜਦੋਂ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਕਿ ਇਹ ਸ਼ੈਤਾਨ ਵੱਲੋਂ ਆ, ਤਾਂ ਉਹਨੇ ਕੀ ਕਰ ਦਿੱਤਾ, ਉਸ ਚੀਜ਼ ਨੂੰ, ਉਸ ਨੂੰ ਕੰਡਮ ਕਰ ਦਿੱਤਾ। ਸ਼ੈਤਾਨ ਨੂੰ ਆਗਿਆ ਦੇ ਦਿੱਤੀ ਕਿ ਪਰਮੇਸ਼ਰ ਦੀ ਵਚਨ ਦੇ ਵਿੱਚ ਆ ਲਿਖਿਆ ਵਾ, ਮਤਲਬ ਵਚਨ ਦੇ ਨਾਲ ਉਸ ਕਲਪਨਾ ਨੂੰ, ਉਸ ਆਵਾਜ਼ ਨੂੰ ਤੋਲਿਆ। ਹਾਲੇਲੂਇਆ। ਯਿਸੂ ਮਸੀਹ ਉਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਸਕਦਾ ਸੀਗਾ। ਯਿਸੂ ਮਸੀਹ ਜਦੋਂ ਪਾਣੀ ਤੋਂ ਦਾਖਰਸ ਬਣਾ ਸਕਦਾ ਆ, ਉਹ ਪੱਥਰਾਂ ਤੋਂ ਰੋਟੀ ਵੀ ਬਣਾ ਸਕਦਾ ਸੀਗਾ। ਯਿਸੂ ਮਸੀਹ ਦੀ ਜ਼ਰੂਰਤ ਵੀ ਸੀਗੀ। ਅੱਜ ਵੀ ਬਹੁਤ ਵਾਰ ਕੀ ਹੁੰਦਾ, ਸਾਡੇ ਲੋਕ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਣਾ ਪੈਂਦੀਆਂ, ਜਾਂ ਤੁਸੀਂ ਆਪਣੇ ਆਪਣੇ ਮਤਲਬ ਧਰਮ ਨੂੰ ਛੱਡ ਦਿੱਤਾ, ਤੁਸੀਂ ਦੂਸਰੇ ਧਰਮ ਦੇ ਵਿੱਚ ਚਲੇ ਗਏ। ਬਲਕਿ ਸ਼ੈਤਾਨ ਉਹਨਾਂ ਇਨਸਾਨਾਂ ਦੇ ਦੁਆਰਾ, ਜਿਹੜਾ ਇੱਕ ਮਸੀਹ ਦੇ ਵਿੱਚ ਇਨਸਾਨ ਵੱਧ ਰਿਹਾ, ਉਹਨੂੰ ਵਧਣ ਤੋਂ ਰੋਕਦਾ ਆ ਇਹੋ ਜਿਹੀਆਂ ਗੱਲਾਂ ਦੇ ਦੁਆਰਾ। ਅਗਰ ਇੱਕ ਮਸੀਹੀ ਅੱਜ ਸਮਝ ਜਾਂਦਾ ਹੈ ਕਿ ਸ਼ੈਤਾਨ ਮੈਨੂੰ ਰੋਕਣ ਦੇ ਲਈ, ਮੈਨੂੰ ਮਸੀਹ ਦੇ ਵਿੱਚ ਵਧਣ ਦੇ ਲਈ ਯਤਨ ਕਰਦਾ ਪਿਆ ਆ ਕਿ ਮੈਂ ਅੱਗੇ ਨਾ ਵੱਧ ਸਕਾਂ, ਉਹ ਅਗਰ ਇੱਕ ਵਿਸ਼ਵਾਸੀ ਇਹ ਗੱਲਾਂ ਸਮਝ ਜਾਂਦਾ ਆ, ਉਹ ਕਿਸੇ ਦੀਆਂ ਗੱਲਾਂ ਨਹੀਂ ਸੁਣੇਗਾ। ਬਹੁਤ ਵਾਰੀ ਤਰ੍ਹਾਂ ਤਰ੍ਹਾਂ ਦੀਆਂ ਸਾਡੇ ਅੰਦਰ ਕਲਪਨਾਵਾਂ ਉੱਠਦੀਆਂ ਆ, ਤੇ ਜਦੋਂ ਦੋ ਇਨਸਾਨ ਆਪਸ ਵਿੱਚ ਲੜ ਪੈਂਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਆਪਣੇ ਆਪ ਅੰਦਰੋਂ ਗੱਲਾਂ ਵਧਣ ਲੱਗ ਪੈਂਦੀਆਂ ਦਿਮਾਗ ਦੇ ਵਿੱਚ, ਕਿਉਂਕਿ ਉਹ ਵੀ ਇੱਕ ਕਲਪਨਾ ਆ, ਇੱਕ ਦੂਸਰੇ ਦੇ ਅੰਗੇਸਟ ਹੋਣ ਪਾਉਂਦੇ ਆ। ਜਦੋਂ ਇੱਕ ਇਨਸਾਨ ਪ੍ਰਾਰਥਨਾ ਦੇ ਵਿੱਚ ਬੈਠਦਾ ਆ, ਉਹ ਜਦੋਂ ਉਸਨੂੰ ਪ੍ਰਾਰਥਨਾ ਦੇ ਵਿੱਚ ਬੈਠਦਾ ਆ, ਉਸਨੂੰ ਯਾਦ ਆਉਂਦਾ, ਕੋਈ ਕੰਮ ਯਾਦ ਆ ਜਾਂਦਾ ਅਚਾਨਕ ਕਿ ਮੈਂ ਉੱਠ ਕੇ ਆਹ ਕੰਮ ਕਰ ਲਵਾਂ ਪਹਿਲਾਂ, ਫਿਰ ਪ੍ਰਾਰਥਨਾ 'ਚ ਬੈਠੂੰਗਾ। ਉਹ ਵੀ ਇੱਕ ਸ਼ੈਤਾਨ ਦੇ ਵੱਲੋਂ ਦਿਮਾਗ ਦੇ ਵਿੱਚ ਪਾਈ ਗਈ ਕਲਪਨਾ ਹੁੰਦੀ ਆ। ਹਾਲੇਲੂਇਆ। ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ, ਕਈ ਵਾਰ ਤੁਹਾਡੇ ਨਾਲ ਹੁੰਦਾ ਹੋਏਗਾ ਕਿ ਤੁਹਾਨੂੰ ਅਚਾਨਕ ਕੋਈ ਕੰਮ ਯਾਦ ਆ ਜਾਂਦਾ ਆ, ਤੁਸੀਂ ਉਸ ਕੰਮ ਨੂੰ ਕਰਨ ਦੇ ਲਈ ਚਲੇ ਜਾਂਦੇ। ਉਹ ਵੀ ਸ਼ੈਤਾਨ ਦੇ ਵੱਲੋਂ ਇੱਕ ਕਲਪਨਾ ਆ ਕਿ ਤੁਸੀਂ ਪ੍ਰਾਰਥਨਾ ਨਾ ਕਰ ਸਕੋ। ਹਾਲੇਲੂਇਆ। इसलिए हम कल्पनाओं का और हर एक ऊंची बात का, हर एक ऊंची बात, ਬਹੁਤ ਸਾਰੇ ਲੋਕਾਂ ਦੇ ਆਪਸ ਵਿੱਚ ਕੁਝ ਲੋਕਾਂ ਦੇ ਨਾਲ ਬਣਦੀ ਨਹੀਂ ਹੁੰਦੀ, ਉਹਦੇ ਪ੍ਰਤੀ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਇੰਨੇ ਸਵਾਲ ਉੱਠਦੇ ਰਹਿੰਦੇ ਆ। ਉਹ ਉੱਚੀਆਂ ਗੱਲਾਂ, ਇਹਨਾਂ ਗੱਲਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰਨਾ ਆ। ਇਹ ਕਿੱਦਾਂ ਹੋਣਗੀਆਂ? ਜਦੋਂ ਸਾਡੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਕੋਈ ਵੀ ਕਿਸੇ ਦੇ ਪ੍ਰਤੀ, ਕਿਸੇ ਇਨਸਾਨ ਦੇ ਵੀ ਪ੍ਰਤੀ ਕੋਈ ਗੱਲ ਆਵੇ, ਉਸ ਨੂੰ ਕੀ ਕਰਨਾ ਆ? ਉਸ ਗੱਲ ਨੂੰ ਡਾਂਟਣਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ। ਨਹੀਂ, ਮੇਰਾ ਪਰਮੇਸ਼ਰ ਇਹੋ ਜਿਹਾ ਕਰਨ ਦੇ ਲਈ ਮੈਨੂੰ ਨਹੀਂ ਕਹਿੰਦਾ। ਹਾਲੇਲੂਇਆ। ਆਪਣੇ ਜਿਹੜਾ ਹੈਡ ਆ, ਉਸ ਨੂੰ, ਆਪਣੇ ਮਨ ਨੂੰ ਪਰਮੇਸ਼ਰ ਵੱਲ ਲਗਾ ਕੇ ਰੱਖਣਾ, ਬਲਕਿ ਪਰਮੇਸ਼ਰ ਦੇ ਵਚਨ ਦੇ ਨਾਲ ਤੋਲਣਾ। ਜਿਸ ਤਰ੍ਹਾਂ ਯਿਸੂ ਮਸੀਹ ਨੇ ਕੀ ਕਿਹਾ? ਇਹਨਾਂ ਪੱਥਰਾਂ, ਜਦੋਂ ਸ਼ੈਤਾਨ ਨੇ ਕਿਹਾ ਇਹਨਾਂ ਪੱਥਰਾਂ ਨੂੰ ਕਿਹਾ ਰੋਟੀ ਬਣ ਜਾਏ, ਤਾਂ ਯਿਸੂ ਮਸੀਹ ਨੇ ਕੀ ਕਿਹਾ? ਅੱਗੇ ਉਹ ਵਚਨ ਦੇ ਦੁਆਰਾ ਉੱਤਰ ਦਿੱਤਾ ਆ। ਹਾਲੇਲੂਇਆ। ਅਸੀਂ ਵੀ ਤੋਲਣਾ ਆ। ਜਦੋਂ ਕੋਈ ਵੀ ਇਨਸਾਨ ਸਾਡੇ ਨਾਲ ਗੱਲਬਾਤ ਕਰਦਾ ਆ, ਅਸੀਂ ਤੋਲਣਾ ਆ ਉਸ ਨੂੰ। ਹਾਲੇਲੂਇਆ। ਤੇ ਹਰ ਇੱਕ ਉੱਚੀ ਗੱਲ बात जो परमेश्वर की पहचान के विरोध में उठती है, खंडन करते हैं। खंडन करना मतलब खात्मा करना। ਜਦੋਂ ਇਹੋ ਜਿਹੀਆਂ ਗੱਲਾਂ ਸਾਡੇ ਨਾਲ ਹੋਣ,
ਹਾਲੇਲੂਇਆ। ਜਦੋਂ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਘਟਨਾਵਾਂ ਹੋਣ, ਕੀ ਕਰਨਾ? ਖੰਡਨ ਕਰਨਾ ਆ। ਹਵਾ ਨੇ ਉਹਨਾਂ ਗੱਲਾਂ ਨੂੰ ਖੰਡਨ ਨਹੀਂ ਸੀਗਾ ਕੀਤਾ, ਸ਼ੈਤਾਨ ਦੀਆਂ ਗੱਲਾਂ ਸੁਣਦੀ ਰਹੀ, ਸ਼ੈਤਾਨ ਦੀਆਂ ਗੱਲਾਂ ਸੁਣਦੀ ਰਹੀ, ਤੇ ਉਹਨੇ ਖੰਡਨ ਨਹੀਂ ਕੀਤਾ ਹੈਗਾ ਕਿ ਨਹੀਂ, ਪਰਮੇਸ਼ਰ ਨੇ ਤਾਂ ਮੈਨੂੰ ਇਹ ਗੱਲ ਕਹੀ ਸੀ ਨਹੀਂ ਖਾਣਾ, ਤੂੰ ਮਰ ਜਾਊਂਗੀ। ਬਲਕਿ ਉਹਨੇ ਕੀ ਕੀਤਾ? ਪਰਮੇਸ਼ਰ ਦੀਆਂ ਗੱਲਾਂ ਨੂੰ ਖੰਡਨ ਕਰ ਦਿੱਤਾ, ਸ਼ੈਤਾਨ ਦੀਆਂ ਨੂੰ ਖੰਡਨ ਨਹੀਂ ਕੀਤਾ। ਹਾਲੇਲੂਇਆ। ਜਿਹੜੀ ਆਗਿਆ ਸਾਨੂੰ ਪਰਮੇਸ਼ਰ ਦਿੰਦਾ ਆ, ਅਗਰ ਉਸ ਆਗਿਆ ਦੇ ਅਨੁਸਾਰ ਅਸੀਂ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਦੀ ਆਗਿਆ ਨੂੰ ਮੰਨਦੇ ਹਾਂ। ਫਿਰ ਸ਼ੈਤਾਨ ਵੀ ਸਾਨੂੰ ਕੁਝ ਕਰਨ ਦੇ ਲਈ ਕਹਿੰਦਾ, ਸ਼ੈਤਾਨ ਵੀ ਆਗਿਆ ਦੇਣ ਦੇ ਲਈ ਕਹਿੰਦਾ, ਸ਼ੈਤਾਨ ਵੀ ਸਾਡੇ ਮਨਾਂ ਦੇ ਵਿੱਚ, ਸਾਡੇ ਕਲਪਨਾ ਦੇ ਵਿੱਚ ਇਨਸਾਨਾਂ ਦੇ ਦੁਆਰਾ ਬਹੁਤ ਸਾਰੇ ਕੰਮਾਂ ਨੂੰ ਕਰਨ ਦੇ ਲਈ ਕਹਿੰਦਾ ਆ। ਜਿਸ ਤਰ੍ਹਾਂ ਸ਼ੈਤਾਨ ਨੇ ਕੀ ਕਿਹਾ ਹਵਾ ਨੂੰ ਕਿ ਤੂੰ ਇਹ ਫਲ ਖਾ ਲਾ, ਬਲਕਿ ਤੁਸੀਂ ਪਰਮੇਸ਼ਰ ਵਰਗੇ ਬਣ ਜਾਓਗੇ, ਤੁਸੀਂ ਮਰੋਗੇ ਨਹੀਂ। ਬਲਕਿ ਉਸਨੂੰ ਪਰਮੇਸ਼ਰ ਦੇ ਉਲਟ ਬਚਨ ਦੇ ਉਲਟ ਉਸਨੂੰ ਭਰਮਾ ਦਿੱਤਾ। ਤੇ ਉਸਨੇ ਕੀ ਕੀਤਾ? ਸ਼ੈਤਾਨ ਦੀਆਂ ਗੱਲਾਂ ਨੂੰ ਕੰਡਮ ਨਹੀਂ ਕੀਤਾ ਕਿ ਨਹੀਂ, ਮੇਰੇ ਪਰਮੇਸ਼ਰ ਦੀ ਇਹ ਆਗਿਆ, ਮੈਂ ਇਹ ਕੰਮ ਨਹੀਂ ਕਰ ਸਕਦੀ। ਬਲਕਿ ਉਸਨੇ ਕੀ ਕੀਤਾ? ਸ਼ੈਤਾਨ ਦੀਆਂ ਗੱਲਾਂ ਦੇ ਵਿੱਚ ਫਸ ਕੇ ਉਸ ਫਲ ਨੂੰ ਖਾ ਲਿਆ। ਸਾਨੂੰ ਵੀ ਅੱਜ ਕੁਝ ਗੱਲਾਂ ਨੂੰ, ਆਪਣੇ ਖਿਆਲਾਂ ਨੂੰ, ਹਰ ਉੱਚੀ ਬਾਤ ਨੂੰ, ਕਲਪਨਾਵਾਂ ਨੂੰ ਕੀ ਕਰਨ ਦੀ? ਖੰਡਨ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਜਦੋਂ ਅਸੀਂ ਆਪਣੀਆਂ ਉਹਨਾਂ ਕਲਪਨਾਵਾਂ ਨੂੰ, ਖਿਆਲਾਂ ਨੂੰ ਕੰਡਮ ਕਰਾਂਗੇ ਤਾਂ ਅਸੀਂ ਮਸੀਹ ਦੇ ਵਿੱਚ ਵੱਧਦੇ ਜਾਵਾਂਗੇ। ਜਿਹੜਾ ਸਾਡਾ ਉਦਾਰ ਦਾ ਟੋਪ ਹੈ ਉਹ ਇਸੇ ਗੱਲ ਲਈ ਹੈ ਕਿ ਅਸੀਂ, ਜਿਹੜੀ ਸਾਡੀ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ ਉੱਠਦੀਆਂ ਆ ਪਰਮੇਸ਼ਰ ਦੇ ਪ੍ਰਤੀ, ਪਰਮੇਸ਼ਰ ਦੇ ਵਚਨ ਦੇ ਪ੍ਰਤੀ, ਉਹ ਸਾਨੂੰ ਰੋਕਦੀਆਂ ਪ੍ਰਭੂ ਦੇ ਵਿੱਚ ਵਧਣ ਦੇ ਲਈ। ਬਹੁਤ ਵਾਰੀ ਬਹੁਤ ਸਾਰੇ ਮਸੀਹੀ ਭੈਣ ਭਰਾ ਆ ਜਾਂਦੇ ਆ ਪ੍ਰਭੂ ਦੇ ਵਿੱਚ, ਬਹੁਤ ਸਾਰੇ ਕਾਫੀ ਸਮੇਂ ਤੱਕ ਪ੍ਰਭੂ ਨੂੰ ਮੰਨਦੇ ਰਹਿੰਦੇ ਆ, ਤੇ ਉਹ ਅਚਾਨਕ ਬੈਕਸਾਈਡ ਹੋ ਜਾਂਦੇ ਆ। ਕਿਉਂ ਹੁੰਦੇ ਆ ਬੈਕਸਾਈਡ? ਕਾਰਨ ਕੀ ਆ? ਕਿਉਂਕਿ ਜਦੋਂ ਇੱਕ ਇਨਸਾਨ ਉੱਤੇ ਦੁੱਖ ਆ ਜਾਂਦਾ ਆ, ਪ੍ਰੋਬਲਮਸ ਆ ਜਾਂਦੀ ਆ, ਸਮੱਸਿਆ ਆ ਜਾਂਦੀ ਆ, ਉਹ ਸਮੱਸਿਆ ਦੇ ਵਿੱਚ ਉਹ ਖੜੇ ਨਹੀਂ ਰਹਿ ਪਾਉਂਦੇ, ਉਹ ਟਿਕ ਨਹੀਂ ਪਾਉਂਦੇ, ਉਹ ਘੁਟਨੇ ਟੇਕ ਦਿੰਦੇ ਆ ਆਪਣੀ ਉਹਨਾਂ ਹਾਲਾਤਾਂ ਦੇ ਮੂਹਰੇ, ਤੇ ਸ਼ੈਤਾਨ ਉਹਨਾਂ ਨੂੰ ਭਰਮਾ ਕੇ ਉਹ ਫਿਰ ਤੋਂ ਉਹਨਾਂ ਨੂੰ ਮੂਰਤੀ ਪੂਜਾ ਦੇ ਵਿੱਚ ਲੈ ਜਾਂਦਾ ਆ। ਕਾਰਨ ਕੀ ਆ? ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀਆਂ ਗੱਲਾਂ ਨੂੰ, ਪਰਮੇਸ਼ਰ ਦੀਆਂ ਗੱਲਾਂ ਉੱਤੇ ਫੋਕਸ ਨਹੀਂ ਕੀਤਾ ਹੁੰਦਾ, ਪਰਮੇਸ਼ਰ ਦੀਆਂ ਗੱਲਾਂ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਹੁੰਦਾ, ਬਲਕਿ ਉਹ ਸੰਸਾਰ ਦੀਆਂ ਗੱਲਾਂ ਤੇ, ਰਿਸ਼ਤੇਦਾਰਾਂ ਦੀਆਂ ਗੱਲਾਂ ਤੇ, ਰਿਸ਼ਤੇਦਾਰ ਕਹਿਣ ਲੱਗ ਪੈਂਦੇ ਆ ਨੂੰ, ਤੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਪਏ, ਤੁਸੀਂ ਇਹ ਕਰਨਾ ਪਏ, ਹੈ ਨਾ। ਤੇ ਉਹ ਕੀ ਕਰਨਾ ਪੈਂਦੇ? ਉਸ ਰਿਸ਼ਤੇਦਾਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ, ਮਿੱਤਰ ਦੋਸਤਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ। ਤੇ ਬਹੁਤ ਵਾਰ ਜਿਹੜਾ ਸ਼ੈਤਾਨ ਹੈ ਸਭ ਨਾਲੋਂ ਜ਼ਿਆਦਾ ਇਸ ਕੰਮ ਦਾ ਇਸਤੇਮਾਲ ਕਰਦਾ ਆ, ਸਾਨੂੰ ਪਰਮੇਸ਼ਰ ਦੇ ਵਿੱਚ ਵਧਣ ਤੋਂ ਰੋਕਦਾ ਆ। ਹਾਲੇਲੂਇਆ। ਅਗਰ ਅਸੀਂ ਆਪਣੀਆਂ ਕਲਪਨਾਵਾਂ ਨੂੰ, ਤੇ ਸਾਡੇ ਕਲਪਨਾਵਾਂ, ਇਮੈਜੀਨੇਸ਼ਨ ਜਿਹੜੇ ਦਿਮਾਗ ਦੇ ਵਿੱਚ ਦੂਸਰਿਆਂ ਦੇ ਪ੍ਰਤੀ, ਪਰਮੇਸ਼ਰ ਦੇ ਪ੍ਰਤੀ, ਪਰਮੇਸ਼ਰ ਦੇ ਸੇਵਕਾਂ ਦੇ ਪ੍ਰਤੀ, ਇੱਕ ਦੂਸਰੇ ਦੇ ਪ੍ਰਤੀ ਜਿਸ ਦੇ ਨਾਲ ਸਾਡੀ ਨਹੀਂ ਵੀ ਬਣਦੀ ਉਸ ਦੇ ਪ੍ਰਤੀ, ਦਾ ਆਪਸ ਵਿੱਚ ਫੈਮਿਲੀ ਦੇ ਪ੍ਰਤੀ, ਜਿੰਨੀਆਂ ਵੀ ਕਲਪਨਾਵਾਂ ਉੱਠਦੀਆਂ ਆ ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਜਿੰਨੀਆਂ ਵੀ ਉੱਚੀਆਂ ਗੱਲਾਂ ਵਿਅਰਥ, ਸਾਨੂੰ ਕੋਈ ਕੁਛ ਕਹਿੰਦਾ ਵੀ ਨਹੀਂ, ਜਾਂ ਅਸੀਂ ਕਿਸੇ ਨੂੰ ਕੁਛ ਕਹਿੰਦੇ ਨਹੀਂ, ਆਪਣੇ ਆਪ ਹੀ ਇੱਕ ਦੂਸਰੇ ਦੇ ਪ੍ਰਤੀ ਸੋਚਦੇ ਰਹਿੰਦੇ ਆ। ਸੱਸ ਬਹੂ ਦੇ ਪ੍ਰਤੀ, ਬਹੂ ਸੱਸ ਦੇ ਪ੍ਰਤੀ, ਇਹ ਉਲਟੀਆਂ ਫੁਲਟੀਆਂ ਮਨਤ ਘੜਤ ਕਹਾਣੀਆਂ ਬਣਾਉਂਦੇ ਰਹਿੰਦੇ ਆ, ਦਿਮਾਗ ਦੇ ਵਿੱਚ ਇਮੈਜੀਨੇਸ਼ਨ ਕਰਦੇ ਰਹਿੰਦੇ ਆ ਕਿ ਇਹ ਪਤਾ ਨਹੀਂ ਮੇਰੇ ਬਾਰੇ ਕੀ ਸੋਚਦੀ ਹੈ, ਇਹ ਪਤਾ ਨਹੀਂ ਦੂਜਿਆਂ ਕੋਲ ਮੇਰੇ ਬਾਰੇ ਕੀ ਕਹਿੰਦਾ ਆ, ਕੀ ਕਹਿੰਦੀ ਆ, ਹੈ ਨਾ। ਇਹੋ ਜਿਹੀਆਂ ਗੱਲਾਂ ਸਾਨੂੰ ਪ੍ਰਭੂ ਦੇ ਵਿੱਚ ਵਧਣ ਤੋਂ ਰੋਕਦੀਆਂ ਆ। ਹਾਲੇਲੂਇਆ। ਤੇ ਸੰਤ ਪੌਲਸ ਕਹਿੰਦਾ ਮੈਂ ਸ਼ੈਤਾਨ ਦੀਆਂ ਜੁਗਤੀਆਂ ਤੋਂ ਅਣਜਾਣ ਨਹੀਂ ਆ। ਕਹਿੰਦਾ ਮੈਂ ਜਾਣਦਾ ਆ, ਸੰਤ ਪੌਲਸ ਕਹਿੰਦਾ ਮੈਂ ਜਾਣਦਾ ਹਾਂ ਕਿ ਸ਼ੈਤਾਨ ਕਿੱਦਾਂ ਇੱਕ ਵਿਸ਼ਵਾਸੀ ਨੂੰ ਪ੍ਰਭੂ ਤੋਂ ਦੂਰ ਕਰਨ ਦੇ ਲਈ ਕਿੱਦਾਂ ਪਲੈਨਿੰਗ ਬਣਾਉਂਦਾ ਆ। ਹਾਲੇਲੂਇਆ। ਜਿਹੜਾ ਉਧਾਰ ਦਾ ਟੋਪ ਹੈ ਉਹ ਸਾਡਾ ਦਿਮਾਗ ਹੈ। ਇਹ ਦਿਮਾਗ ਇਹ ਜਿਹੜਾ ਉੱਪਰ ਵਾਲਾ ਹਿੱਸਾ ਆ, ਇੰਨਾ ਹਿੱਸਾ ਉੱਪਰ ਵਾਲਾ, ਇਹ ਬਹੁਤ ਇੰਪੋਰਟੈਂਟ ਹੈ। ਇਸ ਦੇ ਵਿੱਚ ਸ਼ੈਤਾਨ ਅੱਜ ਸਭ ਨਾਲੋਂ ਜ਼ਿਆਦਾ ਕੰਮ ਕਰਦਾ ਹੈ, ਸਾਡੇ ਦਿਮਾਗ ਦੇ ਵਿੱਚ ਪਾਉਂਦਾ ਆ ਖਿਆਲ, ਪਤਾ ਨਹੀਂ ਮੇਰਾ ਕੀ ਹੋਣਾ, ਪਤਾ ਨਹੀਂ ਮੇਰਾ ਆਹ ਕੰਮ ਕਿੱਦਾਂ ਬਣਨਾ, ਪਤਾ ਨਹੀਂ ਬਣੇਗਾ ਜਾਂ ਨਹੀਂ ਬਣੇਗਾ। ਹਾਲੇਲੂਇਆ। ਸ਼ੈਤਾਨ ਸਾਡੇ, ਜਿਹੜੇ ਸ਼ੈਤਾਨ ਦੇ ਜਲਦੇ ਹੋਏ ਤੀਰ ਆ, ਅਫਸੀਆਂ ਉਹਦਾ 6ਵਾਂ ਅਧਿਆਇ ਦੇ ਵਿੱਚ ਲਿਖਿਆ ਵਾ, ਸ਼ੈਤਾਨ ਦੇ ਜਲਦੇ ਹੋਏ ਤੀਰਾਂ ਨੂੰ ਬੁਝਾਉਣਾ। ਸ਼ੈਤਾਨ ਦੇ ਜਲਦੇ ਹੋਏ ਤੀਰ ਦਾ ਮਤਲਬ ਤੀਰ ਜਿਹੜਾ ਦੂਰੋਂ ਮਾਰਿਆ ਜਾਂਦਾ ਆ, ਤੀਰ ਜਿਹੜਾ ਦੂਰੋਂ ਮਾਰਿਆ ਜਾਂਦਾ। ਸ਼ੈਤਾਨ ਆਪਣੇ ਖਿਆਲਾਂ ਨੂੰ
ਆਪਣੀਆਂ ਕਲਪਨਾਵਾਂ ਨੂੰ ਸਾਡੇ ਦਿਮਾਗ ਦੇ ਵਿੱਚ ਪਾਉਂਦਾ ਆ। ਹਾਲੇਲੂਇਆ। ਯਿਸੂ ਮਸੀਹ ਦੇ ਨੂੰ ਵੀ ਕੀ ਆਏ, ਯਿਸੂ ਮਸੀਹ ਦੇ ਮੂਹਰੇ ਸ਼ੈਤਾਨ ਖੜਾ ਨਹੀਂ ਹੋਇਆ ਹੋਊਗਾ ਆ ਕੇ, ਬਲਕਿ ਜੋ ਮੇਰਾ ਐਕਸਪੀਰੀਅੰਸ ਜਾਂ ਮੇਰਾ ਨੌਲੇਜ ਕਹਿੰਦੀ ਆ ਕਿ ਸ਼ੈਤਾਨ ਨੇ ਯਿਸੂ ਮਸੀਹ ਦੇ ਮਨ ਦੇ ਵਿੱਚ ਉਹ ਗੱਲ ਨੂੰ ਪਾਇਆ। ਹਾਲੇਲੂਇਆ। ਸ਼ੈਤਾਨ ਨੇ ਯਿਸੂ ਮਸੀਹ ਦੇ ਮਨ ਦੇ ਵਿੱਚ ਗੱਲ ਨੂੰ ਪਾਇਆ ਕਿ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਏ। ਕਈ ਵਾਰ ਸਾਨੂੰ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਆ, ਯਿਸੂ ਮਸੀਹ ਨੂੰ ਜਿਸ ਤਰ੍ਹਾਂ ਆਵਾਜ਼ ਆਈ, ਪਰ ਯਿਸੂ ਮਸੀਹ ਨੇ ਚੈੱਕ ਕੀਤਾ ਇਹ ਆਵਾਜ਼ ਕਿਹਦੇ ਵੱਲੋਂ ਆ। ਸਾਨੂੰ ਵੀ ਅੱਜ ਚੈੱਕ ਕਰਨ ਦੀ ਜ਼ਰੂਰਤ ਹੈ ਜਿਹੜੇ ਮੇਰੇ ਦਿਮਾਗ ਦੇ ਵਿੱਚ ਖਿਆਲ ਆ ਰਹੇ ਆ ਕਿ ਕਿਹਦੇ ਵੱਲੋਂ ਆ, ਸ਼ੈਤਾਨ ਵੱਲੋਂ ਆ ਕਿ ਮੇਰੀ ਆਪਣੀ ਸੋਚ ਹੈ। ਹਾਲੇਲੂਇਆ। ਇੱਕ ਦੂਸਰੇ ਦੇ ਪ੍ਰਤੀ ਸਾਨੂੰ ਕਿਹੋ ਜਿਹੀਆਂ ਕਲਪਨਾਵਾਂ ਆਉਂਦੀਆਂ ਆ, ਇਹਨਾਂ ਕਲਪਨਾਵਾਂ ਦਾ ਕੀ ਕਰਨਾ ਪੈਣਾ, ਖੰਡਨ ਕਰਨਾ ਪੈਣਾ। ਸੰਤ ਪੌਲਸ ਕਹਿੰਦਾ हालेलुया। हर एक भावना को कैद करके मसीह का आज्ञाकार बना देते हैं। बहुत सारिया भावनावां साडे अंदर उठदियां एक दूसरे के प्रति। हालेलुया। सानू जरूरत है अगर मसीह दे विच असीं प्रभु यीशु मसीह दे विच बधना आ, अपना जिहड़ा साडा मन दे विच जदों असीं प्रार्थना दे विच बैठदे आ, परमेश्वर के प्रति दूसरे लोगों के प्रति जिन्नियां भी कल्पनावां उठदियां आ उन्हां खंडन करने की जरूरत है। जिन्नियां भी माड़ियां गल्लां दूसरे के प्रति उठदियां आ, जिन्नी भी माड़ी सोच दूसरे के प्रति उठदी है उन्होंने खत्म करने की जरूरत है। फिर असीं मसीह दे विच वध पावांगे। हालेलुया। जदों असीं उन्हां माड़ियां चीज़ां नूं खत्म करांगे अपनी जिंदगी दे विचों, परमेश्वर दे विच वधदे जावांगे। हालेलुया। ते असीं परमेश्वर दे विच दी पहचान दे विच की होवांगे, वधदे जावांगे। क्योंकि ये जिहड़ियां कल्पनावां आ परमेश्वर की पहचान के विरोध में उठती है, बाइबल कहती है। इहो जिहियां जदों गल्लां साडे उठदियां, फिर ये जदों इहो जिहियां गल्लां साडे मन दे विच उठदियां रहणगियां, असीं परमेश्वर की पहचान दे विच वध नहीं सकांगे। हालेलुया। सानूं इहो जिहियां गल्लां नूं खत्म करन दी जरूरत है। जदों कोई भी आवाज़ आवे किसी इंसान के द्वारा, कोई इंसान आके कहे, उसनूं देखना है कि परमेश्वर मैनूं इदां करन नूं कहंदा आ। कई बार सानूं कोई पैसे की जरूरत होंदी है, बहुत सारे मसीही लोग जां अन्य जाति जां कोई इंसान किसी नूं पैसे की जरूरत होंदी आ, कोई आंदा आ उसनूं गलत काम करन दे लई कहंदा कि तूं इदां कर ला तेरी जरूरत पूरी हो जाऊगी, वो इंसान उदां कर लैंदा आ। पर नहीं, देखना कि ये जिहड़ा इंसान है गल बोल रहा आ कि इहदे दिमाग दे विच ये शैतान ने घल्लिया आ मेरे कोल कि मैं पाप करा कि परमेश्वर दे विच वध ना सकां। हालेलुया। ते असी राइट वे दे नाल सही मार्ग दे नाल परमेश्वर तो आशीष लैनी आ। हालेलुया। बहुत बारी कई बार इंसान साडे कोल आंदे आ गलत ऑफर लैके, तुसीं तुहाडे कोल भी आंदे होणगे कि तुसीं ऐदां करो तुसीं ब्लैस हो जाना आ, तुसीं ऐदां करो तुहानूं इत्थों लाभ हो जाना आ। बल्कि असीं वो लाभ देखना कि ये लाभ जिहड़ा आ सानूं परमेश्वर दा वचन इदां करन नूं कहंदा आ कि नहीं कहंदा आ। बहुत बारी मसीह दे विच बड़े लोग आए, ओह काफ़ी टाइम प्रभु दे पिछे चले, जदों कोई दुख आ गया मुसीबत आ गया उन्होंने अपने रिश्तेदारां दीयां गल्लां मगर लग के प्रभु नूं छड्ड दित्ता। की होया फिर? वो ना तां इधर दे रहे ना उधर दे रहे। तो यीशु मसीह के गल कहंदा है, कहना मेरे तो अलग हो के तुसीं कुछ भी नहीं कर सकते। इहो जिहियां कल्पनावां जो साडे प्रभु यीशु मसीह के विरोध दे विच उठदियां आ, जिस तरह आदम ते हवा दे मन दे विच शैतान ने पाया, परमेश्वर के विरोध दे विच यीशु मसीह के मन दे विच पाया। इहो जिहियां कल्पनावां नूं अज अगर असीं अपनी जिंदगी दे विच दूर करांगे तां परमेश्वर की पहचान दे विच वधांगे। चाहे बहुत सारियां कल्पनावां सानूं अपने रिश्तेदारां दे प्रति आंदियां, अपने मित्र दोस्तां दे प्रति आंदियां, असीं ये चैक करना कि ये कल्पना परमेश्वर वालों आ जां शैतान वालों आ। जदों असीं चैक करांगे तो परमेश्वर ने एक सानूं वरदान दिता होया, परख दा वरदान। सारे वरदानां दे विच एक वरदान है परख दा वरदान। सानूं परखनी पेगी ये गल कि परमेश्वर वालों आ जां शैतान वालों आ। अगर असीं परख लवांगे तां असीं जान लवांगे कि शैतान वालों आ कि परमेश्वर वालों आ। जदों असीं जान लवांगे कि शैतान वालों आ तां फिर असीं उस गल नूं नहीं करांगे। इस तरह असीं हौली हौली परमेश्वर की पहचान दे विच वध सकदे हां। हालेलुया। ये भी एक आत्मिक हथियार है जिहड़ी साडी आत्मिक उन्नति दे वल सानूं लैके जांदा आ। आमीन। परमेश्वर इस तुहानूं छोटे ਜਿਹੇ वचन ते आशीष देवे। सारिਆਂ नूं जय मसीह दी। गॉड ब्लैस यू।